ਅੱਜ ਆਓ ਅਸੀਂ ਉਪਦੇਸ਼ ਸਿਰਲੇਖ ਪਸਾਹ ਤੇ ਪਹਿਲੇ ਚਰਚ ਦਾ ਵਿਸ਼ਵਾਸ ਨਾਲ ਮਿਲ ਕੇ ਪਰਮੇਸ਼ਰ ਦੇ ਵਚਨਾਂ ਨੂੰ ਸਾਂਝਾ ਕਰੀਏ। ਪਹਿਲੇ ਚਰਚ ਦਾ ਵਿਸ਼ਵਾਸ ਬਾਈਬਲ ਦੀਆਂ 66 ਕਿਤਾਬਾਂ ਅਤੇ ਈਸਾਈ ਧਰਮ ਦੇ ਇਤਿਹਾਸ ਵਿੱਚ ਵੀ ਇੱਕ ਵਧੀਆ ਉਦਾਹਰਨ ਦੇ ਰੂਪ ਵਿੱਚ ਕੰਮ ਕਰਦਾ ਹੈ। ਪਹਿਲੇ ਚਰਚ ਦੇ ਦਿਨਾਂ ਵਿੱਚ ਸੰਤ ਬਹੁਤ ਸਾਰੇ ਪਰੀਖਣਾਂ ਵਿੱਚੋਂ ਲੰਘੇ। ਕਈ ਵਾਰ ਸਮਰਾਟ ਦੁਆਰਾ ਸਥਾਪਿਤ ਕਾਨੂੰਨਾਂ ਦੇ ਕਾਰਨ ਉਹ ਮਨੁੱਖੀ ਮੋਮਬੱਤੀਆਂ ਦੇ ਰੂਪ ਵਿੱਚ ਬਲੀਦਾਨ ਹੋਏ ਅਤੇ ਲੋਕਾਂ ਦੁਆਰਾ ਉਹਨਾਂ ਦੀ ਉਪੇਖਿਆ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਆਪਣੇ ਸਮਾਜ ਵਿੱਚੋਂ ਸਿਰਫ ਇਸ ਲਈ ਬਾਹਰ ਕੱਢਿਆ ਜਾਂਦਾ ਸੀ ਕਿਉਂਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਸੀ। ਪਰ ਬਾਈਬਲ ਅਤੇ ਪਵਿੱਤਰ ਆਤਮਾ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਉਹਨਾਂ ਦਿਨਾਂ ਵਿੱਚ ਸੰਤਾਂ ਦਾ ਵਿਸ਼ਵਾਸ ਸਭ ਤੋਂ ਸ਼ੁੱਧ ਅਤੇ ਸਭ ਤੋਂ ਸਿੱਧ ਵਿਸ਼ਵਾਸ ਸੀ। ਉਹ ਸ਼ੇਰਾਂ ਲਈ ਭੋਜਨ ਬਣੇ ਅਖਾੜੇ ਵਿੱਚ ਰੋਮਨਾਂ ਦੇ ਮਨੋਰੰਜਨਾਂ ਦਾ ਸਾਧਨ ਬਣੇ। ਰੋਮਨ ਲੋਕਾਂ ਵਿਚਕਾਰ ਪ੍ਰਸਿੱਧੀ ਹਾਸਲ ਕਰਨ ਲਈ ਸਮਰਾਟ ਅਕਸਰ ਇਸ ਤਰ੍ਹਾਂ ਦੇ ਪ੍ਰਬੰਧ ਕਰਦੇ ਸੀ। ਭਾਵੇਂ ਈਸਾਈ ਇਸ ਤਰ੍ਹਾਂ ਮਾਰੇ ਗਏ, ਪਰ ਉਹਨਾਂ ਨੇ ਪਰਿਸਥਿਤੀਆਂ ਵਿੱਚ ਵੀ ਆਤਮ ਸਮਰਪਣ ਨਹੀਂ ਕੀਤਾ ਅਤੇ ਨਾ ਹੀ ਕੋਈ ਰਾਸਤਾ ਲੱਭਿਆ ਜਿਸ ਨਾਲ ਉਹ ਇਹਨਾਂ ਪਰੀਖਣਾਂ ਤੋਂ ਬਾਹਰ ਨਿਕਲ ਸਕਣ। ਇਹਨਾਂ ਮੁਸ਼ਕਿਲਾਂ ਤੋਂ ਲੰਘਦੇ ਹੋਏ ਪਰਮੇਸ਼ਰ ਉੱਤੇ ਉਹਨਾਂ ਦਾ ਅਟੁੱਟ ਵਿਸ਼ਵਾਸ ਪ੍ਰਗਟ ਹੋਇਆ। ਉਹ ਅਜਿਹਾ ਕਰਨ ਵਿੱਚ ਸਫਲ ਸੀ ਕਿਉਂਕਿ ਉਹ ਹਮੇਸ਼ਾ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਸੀ ਕਿ ਇਸ ਧਰਤੀ ਦਾ ਜੀਵਨ ਅਸਥਾਈ ਹੈ ਅਤੇ ਸਵਰਗ ਵਿੱਚ ਉਹਨਾਂ ਦਾ ਜੀਵਨ ਸਦਾ ਲਈ ਰਹੇਗਾ। ਉਹਨਾਂ ਨੂੰ ਪੂਰੀ ਤਰ੍ਹਾਂ ਯਕੀਨ ਸੀ ਕਿ ਧਰਤੀ ਉੱਤੇ ਉਹ ਜਿਸ ਦਰਦ, ਪੀੜਾ ਅਤੇ ਨਿੰਦਿਆ ਤੋਂ ਗੁਜ਼ਰ ਰਹੇ ਹਨ ਉਹ ਸਿਰਫ ਅਸਥਾਈ ਹਨ ਅਤੇ ਇਹ ਸਭ ਜਲਦੀ ਹੀ ਸਮਾਪਤ ਹੋ ਜਾਵੇਗਾ। ਹੁਣ ਆਓ ਅਸੀਂ ਪਹਿਲੇ ਚਰਚ ਦੇ ਸੰਤਾਂ ਦੇ ਜੀਵਨ ਨੂੰ ਪਿੱਛੇ ਮੁੜ ਕੇ ਦੇਖੀਏ ਅਤੇ ਵਿਚਾਰ ਕਰੀਏ ਕਿ ਉਹ ਜਾਨ ਦੇਣ ਤੱਕ ਵੀ ਫਸਾ ਦੀ ਸੱਚਾਈ ਦਾ ਪਾਲਣ ਕਰਨ ਲਈ ਕਿੰਨੇ ਉਤਸੁਕ ਸੀ। ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 11 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਇਬਰਾਨੀਆਂ ਦੀ ਕਿਤਾਬ ਦੇ 11 ਵਚਨ 33 ਵਿੱਚ ਪਰਮੇਸ਼ਰ ਦੇ ਵਚਨ ਦੇਖੀਏ। ਇਬਰਾਨੀਆਂ ਅਧਿਆਇ 11 ਵਚਨ 33 ਕਹਿੰਦਾ ਹੈ, ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਊ ਨੂੰ ਠੰਡਿਆ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲਤਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ, ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫਿਰ ਜੀ ਉੱਠਿਆ ਹੋਇਆਂ ਨੂੰ ਲੱਭਿਆ, ਕਈ ਕੋ ਡਾਂਗਾਂ ਨਾਲੋਂ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਉਹਨਾਂ ਨੇ ਬਹਾਨਾ ਬਣਾ ਕੇ ਉਹ ਥੋੜੇ ਚਿਰ ਦੇ ਪਰੀਖਣਾਂ ਅਤੇ ਪਰਿਸਥਿਤੀਆਂ ਤੋਂ ਮੁਕਤ ਹੋਣਾ ਨਾ ਚਾਹਿਆ। ਆਓ ਵਚਨ 36 ਦੇਖੀਏ, ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਤੱਕ ਪਰਤਾਏ ਗਏ। ਉਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਤੇ ਬੱਕਰੀਆਂ ਦੀਆਂ ਖੱਲਣੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਬੇਸ਼ੱਕ ਇਸ ਵਿੱਚ ਵਿਸ਼ਵਾਸ ਦੇ ਪੁਰਖੇ ਵੀ ਸ਼ਾਮਲ ਹਨ ਜੋ ਉਹਨਾਂ ਤੋਂ ਪਹਿਲਾਂ ਸੀ, ਪਰ ਇਹ ਵਿਸ਼ੇਸ਼ ਰੂਪ ਨਾਲ ਪਹਿਲੇ ਚਰਚ ਦੇ ਬਾਰੇ ਹੈ ਕਿ ਉਹ ਠੱਠਿਆਂ ਵਿੱਚ ਉਡਾਏ ਗਏ, ਕੋੜੇ ਖਾਧੇ ਅਤੇ ਬੰਨੇ ਗਏ ਅਤੇ ਕੈਦ ਵਿੱਚ ਸੁੱਟੇ ਗਏ। ਉਹਨਾਂ ਨੇ ਇਹ ਸਭ ਸਹਿਣ ਕਰਦੇ ਹੋਏ ਕਦੇ ਵੀ ਕਿਸੇ ਚੀਜ਼ ਨੂੰ ਪਸਾਹ ਮਨਾਉਣ ਤੋਂ ਰੋਕਣ ਨਹੀਂ ਦਿੱਤਾ। ਇਹਨਾਂ ਪਰਿਸਥਿਤੀਆਂ ਵਿਚਕਾਰ ਵੀ ਉਹਨਾਂ ਨੇ ਪਸਾਹ ਕਿਉਂ ਮਨਾਇਆ? ਆਓ ਅਸੀਂ ਅਯੂਬ ਦੀ ਕਿਤਾਬ ਅਧਿਆਇ 36 ਵਿੱਚ ਇਸ ਦਾ ਕਾਰਨ ਲੱਭੀਏ। ਆਓ ਅਯੂਬ ਅਧਿਆਇ 36 ਵਚਨ 24 ਦੇਖੀਏ। ਅਯੂਬ ਅਧਿਆਇ 36 ਵਚਨ 24, ਚੇਤੇ ਕਰ ਕਿ ਤੂੰ ਉਹਦੇ ਕਰਤੱਵ ਦੀ ਵਡਿਆਈ ਕਰੇ
ਜਿਹਨੂੰ ਮਨੁੱਖ ਗਾਉਂਦੇ ਹਨ, ਸਾਰੇ ਆਦਮੀਆਂ ਨੇ ਉਹਨੂੰ ਡਿੱਠਾ। ਮਨੁੱਖ ਉਹਨੂੰ ਦੂਰੋਂ ਤੱਕਦਾ ਹੈ। ਪਰਮੇਸ਼ਰ ਨੇ ਬਹੁਤ ਸਾਰੇ ਕੰਮ ਕੀਤੇ ਹਨ। ਉਹਨਾਂ ਨੇ ਜੋ ਕੁਝ ਕੀਤਾ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਦੇ ਕੰਮਾਂ ਦੀ ਵਡਿਆਈ ਅਤੇ ਪ੍ਰਸ਼ੰਸਾ ਕਰਨਾ ਯਾਦ ਰੱਖਣਾ ਚਾਹੀਦਾ ਹੈ। ਇਸ ਦਾ ਇੱਕ ਸਪਸ਼ਟ ਕਾਰਨ ਹੈ ਕਿ ਸਾਨੂੰ ਉਹਨਾਂ ਦੀ ਵਡਿਆਈ ਅਤੇ ਪ੍ਰਸ਼ੰਸਾ ਕਿਉਂ ਕਰਨੀ ਚਾਹੀਦੀ ਹੈ। ਆਓ ਪਹਿਲਾ ਕੁਰਿੰਥੀਆਂ ਦੀ ਕਿਤਾਬ ਅਧਿਆਇ 11 ਵਚਨ 23 ਉੱਤੇ ਜਾਈਏ। ਪਹਿਲਾ ਕੁਰਿੰਥੀਆਂ ਅਧਿਆਇ 11 ਵਚਨ 23। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯੀਸ਼ੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ, ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗਾਰੀ ਲਈ ਇਹੀ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹੀ ਕਰਿਆ ਕਰੋ। ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। ਰਸੂਲ ਪੌਲਸ ਨੇ ਪਹਿਲੇ ਚਰਚ ਦੇ ਦਿਨਾਂ ਵਿੱਚ ਇਹ ਪੱਤਰ ਕੁਰਿੰਥੀਆਂ ਨੂੰ ਲਿਖਿਆ ਸੀ। ਕੁਰਿੰਥਸ ਯੂਰਪ ਦਾ ਇੱਕ ਸ਼ਹਿਰ ਸੀ ਜੋ ਵਰਤਮਾਨ ਗ੍ਰੀਸ ਦੇ ਕੋਲ ਸੀ। ਰਸੂਲ ਪੌਲਸ ਨੇ ਨਗਰ ਦੇ ਮੈਂਬਰਾਂ ਨੂੰ ਦ੍ਰਿੜਤਾ ਨਾਲ ਕਿਹਾ, ਨਵੇਂ ਨੇਮ ਦੇ ਪਸਾਹ ਦੀ ਸੱਚਾਈ ਪਤਾ ਹੋਣਾ ਅਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਕਿ ਮਸੀਹ ਇਸ ਧਰਤੀ ਉੱਤੇ ਦੁਬਾਰਾ ਨਹੀਂ ਆਉਂਦੇ। ਪਰਮੇਸ਼ਰ ਦੁਆਰਾ ਕੀਤੇ ਗਏ ਬਹੁਤ ਸਾਰੇ ਕੰਮਾਂ ਵਿੱਚੋਂ ਨਵੇਂ ਨੇਮ ਨੂੰ ਸਥਾਪਿਤ ਕਰਨ ਦਾ ਕੰਮ ਅਤੇ ਮਨੁੱਖ ਜਾਤੀ ਨੂੰ ਪਸਾਹ ਦੇਣ ਦਾ ਕੰਮ ਇੰਨਾ ਮਹਾਨ ਹੈ ਕਿ ਆਯੂਬ ਅਧਿਆਇ 36 ਵਿੱਚ ਇਹ ਲਿਖਿਆ ਹੈ, ਚੇਤੇ ਕਰ ਕਿ ਤੂੰ ਉਹਦੇ ਕਰਤੱਵ ਦੀ ਵਡਿਆਈ ਕਰੇ। ਇਹ ਬਹੁਤ ਮਹੱਤਵਪੂਰਨ ਕੰਮ ਹੈ। ਇਸ ਪ੍ਰਕਾਰ ਪਹਿਲੇ ਚਰਚ ਦੇ ਮੈਂਬਰਾਂ ਨੇ ਮਸੀਹ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਆਪਣੇ ਮਨਾਂ ਉੱਤੇ ਉਕਾਰਿਆ ਅਤੇ ਇੱਥੋਂ ਤੱਕ ਕਿ ਅਜਿਹੀਆਂ ਪਰਿਸਥਿਤੀਆਂ ਵਿੱਚ ਵੀ ਅੰਤ ਤੱਕ ਆਪਣੇ ਵਿਸ਼ਵਾਸ ਨੂੰ ਬਣਾਈ ਰੱਖਿਆ ਜਿਸ ਨੇ ਉਹਨਾਂ ਲਈ ਵਿਸ਼ਵਾਸ ਦਾ ਜੀਵਨ ਜਿਉਣਾ ਮੁਸ਼ਕਿਲ ਬਣਾ ਦਿੱਤਾ ਸੀ। ਅਤੇ ਇਸ ਲਈ ਅਸੀਂ ਪਰਮੇਸ਼ਰ ਅਤੇ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ, ਭਾਵੇਂ ਅੱਜ ਲੋਕ ਮਸੀਹ ਦੀਆਂ ਸਿੱਖਿਆਵਾਂ ਤੋਂ ਮੂੰਹ ਮੋੜ ਲੈਂਦੇ ਹਨ। ਇੱਥੋਂ ਤੱਕ ਕਿ ਉਸ ਜਗ੍ਹਾ ਤੇ ਜਿੱਥੇ ਅਣਗਿਣਤ ਲੋਕ ਸ਼ਹੀਦ ਹੋਏ, ਉਹਨਾਂ ਨੂੰ ਸ਼ੇਰਾਂ ਅਤੇ ਤਲਵਾਰਾਂ ਨਾਲ ਧਮਕਾਇਆ ਗਿਆ। ਫਿਰ ਵੀ ਪਹਿਲੇ ਚਰਚ ਦੇ ਮੈਂਬਰਾਂ ਨੇ ਉਸ ਸੱਚਾਈ ਦਾ ਪਾਲਣ ਕੀਤਾ ਜੋ ਮਸੀਹ ਨੇ ਉਹਨਾਂ ਨੂੰ ਸਿਖਾਈ ਸੀ। ਪਰਮੇਸ਼ਰ ਨੇ ਅਫਸੁਸ ਦੀ ਕਲੀਸਿਆ ਦੁਆਰਾ ਪਹਿਲੇ ਚਰਚ ਦੇ ਵਿਸ਼ਵਾਸ ਦਾ ਵਰਣਨ ਕੀਤਾ ਜੋ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਵਰਣਨ 7 ਕਲੀਸਿਆਵਾਂ ਵਿੱਚੋਂ ਇੱਕ ਹੈ। ਕਿ ਅਫਸੁਸ ਦਾ ਮਤਲਬ ਮਨ ਭਾਉਂਦਾ ਨਹੀਂ। ਉਹਨਾਂ ਕੋਲ ਮਹਾਨ ਵਿਸ਼ਵਾਸ ਸੀ ਜੋ ਇਸ ਨੂੰ ਦੇਖਣ ਵਾਲੇ ਸਾਰੇ ਲੋਕਾਂ ਦੁਆਰਾ ਮਨ ਭਾਉਂਦਾ ਸੀ। ਪਹਿਲੇ ਚਰਚ ਦੇ ਕੰਮ ਅਤੇ ਵਿਸ਼ਵਾਸ ਨੂੰ ਦੇਖ ਕੇ ਅਸੀਂ ਜਾਣ ਸਕਦੇ ਹਾਂ ਕਿ ਇਹ ਕਿੰਨਾ ਮਨ ਭਾਉਂਦਾ ਸੀ। ਪਸਾਹ ਦੀ ਵਿਧੀ ਜਿਸ ਨੂੰ ਮਸੀਹ ਨੇ ਪਹਿਲੇ ਚਰਚ ਨੂੰ ਸਿਖਾਇਆ, ਈਸਾਈ ਧਰਮ ਦੇ ਇਤਿਹਾਸ ਵਿੱਚੋਂ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਹੈ। ਨਵੇਂ ਨੇਮ ਪਸਾਹ ਦੀ ਸੱਚਾਈ ਨੂੰ ਨਸ਼ਟ ਕਰਨ ਲਈ 3 ਵਾਰ ਮਤਲਬ 155 ਈਸਵੀ, 197 ਈਸਵੀ ਵਿੱਚ ਅਤੇ ਫਿਰ 325 ਈਸਵੀ ਵਿੱਚ ਧਾਰਮਿਕ ਪਰਿਸ਼ਦਾਂ ਨੂੰ ਆਯੋਜਿਤ ਕੀਤਾ ਗਿਆ ਸੀ। 155 ਈਸਵੀ ਵਿੱਚ ਪੂਰਬੀ ਚਰਚ ਅਤੇ ਪੱਛਮੀ ਚਰਚ ਵਿਚਕਾਰ ਇੱਕ ਵਿਵਾਦ ਖੜਾ ਹੋਇਆ। ਭਾਵੇਂ ਉਹ ਇੱਕ ਯੀਸ਼ੂ ਉੱਤੇ ਵਿਸ਼ਵਾਸ ਕਰਦੇ ਸੀ, ਪੂਰਬੀ ਚਰਚ ਅਤੇ ਪੱਛਮੀ ਚਰਚ ਦੇ ਦ੍ਰਿਸ਼ਟੀਕੋਣ ਵਿਚਕਾਰ ਇੱਕ ਫਰਕ ਸੀ। ਪੂਰਬੀ ਚਰਚ ਦਾ ਵਿਸ਼ਵਾਸ ਇਸ ਸਿਧਾਂਤ ਦੇ ਅਧੀਨ ਸੀ ਕਿ ਮਸੀਹ ਦੀਆਂ ਸਿੱਖਿਆਵਾਂ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਹਨਾਂ ਦੁਆਰਾ ਕਿਸੇ ਵੀ ਤਾਰੀਖ ਨੂੰ ਬਦਲਿਆ ਜਾ ਸਕਦਾ ਹੈ। ਪਰ ਪੱਛਮੀ ਚਰਚ ਸਿੱਧੇ ਅਤੇ ਅਸਿੱਧੇ ਰੂਪ ਨਾਲ ਸੂਰਜ ਦੇਵਤਾ ਦੀ ਰੋਮਨ ਪੂਜਾ ਮਿਥਰਾਵਾਦ ਨਾਲ ਪ੍ਰਭਾਵਿਤ ਸੀ ਅਤੇ ਇਸ ਪ੍ਰਕਾਰ ਉਸਨੇ ਅੰਤ ਵਿੱਚ ਐਤਵਾਰ ਦੀ ਆਰਾਧਨਾ, ਕ੍ਰਿਸਮਸ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਸਵੀਕਾਰ ਕੀਤਾ। ਜਦੋਂ ਧਾਰਮਿਕ ਪਰਿਸ਼ਦ ਆਯੋਜਿਤ ਕੀਤੀ ਗਈ ਸੀ, ਰੋਮ ਦੇ ਬਿਸ਼ਪ ਨੂੰ ਬਾਅਦ ਵਿੱਚ ਪੋਪ ਵਿੱਚ ਬਦਲ ਦਿੱਤਾ ਗਿਆ ਸੀ। ਰੋਮ ਵਿੱਚ ਪੋਪ ਈਸਾਈ ਧਰਮ ਵਿੱਚ ਆਪਣੇ ਪ੍ਰਸਤਾਵਿਤ ਪਰਿਵਰਤਨਾਂ ਉੱਤੇ ਜ਼ੋਰ ਦਿੰਦੇ ਰਹੇ।
ਇਸ ਲਈ 155 ਈਸਵੀ ਵਿੱਚ ਪਹਿਲਾ ਪਾਸਕਾ ਵਿਵਾਦ ਹੋਇਆ। ਗ੍ਰੀਕ ਸ਼ਬਦ ਪਾਸਕਾ ਦਾ ਮਤਲਬ ਪਸਾਹ ਹੈ। ਅੱਜ ਈਸਾਈ ਧਰਮ ਦੇ ਵਿਵਾਦ ਦਾ ਨਾਮ ਬਦਲ ਕੇ ਈਸਟਰ ਵਿਵਾਦ ਕਰ ਦਿੱਤਾ ਹੈ। ਪਰ ਜੀ ਉੱਠਣ ਦੇ ਦਿਨ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਥੋਂ ਤੱਕ ਕਿ 0.001% ਵੀ ਨਹੀਂ ਪਾਸਕਾ ਪਸਾਹ ਨੂੰ ਸੰਕੇਤ ਕਰਦਾ ਹੈ। 155 ਈਸਵੀ ਵਿੱਚ ਪਹਿਲਾ ਪਾਸਕਾ ਵਿਵਾਦ ਹੋਇਆ। ਪੂਰਬੀ ਚਰਚ ਨੇ ਲਗਾਤਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਨੂੰ ਯੀਸ਼ੂ ਦੇ ਚੇਲਿਆਂ ਦੁਆਰਾ ਸਿਖਾਇਆ ਗਿਆ ਸੀ ਅਤੇ ਕੋਈ ਵੀ ਸਿੱਖਿਆ ਕਦੇ ਵੀ ਬਦਲੀ ਨਹੀਂ ਜਾ ਸਕਦੀ, ਭਾਵੇਂ ਉਹ ਇੱਕ ਤਾਰੀਖ ਹੋਵੇ ਜਾਂ ਇੱਕ ਨਿਯਮ, ਕਿਉਂਕਿ ਦੋਨੇ ਪੱਖ ਇੱਕ ਸਮਝੌਤੇ ਉੱਤੇ ਨਹੀਂ ਆ ਸਕੇ। ਇਸ ਲਈ ਪਹਿਲਾ ਵਿਵਾਦ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਿਆ। 157 ਈਸਵੀ ਵਿੱਚ ਦੂਸਰਾ ਪਾਸਕਾ ਵਿਵਾਦ ਛਿੜਿਆ। ਉਸ ਸਮੇਂ ਵੀ ਪਸਾਹ ਆਪਣੇ ਮਹੱਤਵ ਦੇ ਕਾਰਨ ਵਿਵਾਦ ਦਾ ਮੁੱਖ ਕਾਰਨ ਬਣ ਗਿਆ ਸੀ। ਫਿਰ ਤੋਂ ਪੂਰਬੀ ਚਰਚ ਅਤੇ ਪੱਛਮੀ ਚਰਚ ਵਿਚਕਾਰ ਵੱਖ-ਵੱਖ ਨਜ਼ਰੀਏ ਸਾਹਮਣੇ ਆਏ। ਪੂਰਬੀ ਚਰਚ ਨੇ ਇਹ ਕਹਿੰਦੇ ਹੋਏ ਜ਼ੋਰ ਦੇਣਾ ਜਾਰੀ ਰੱਖਿਆ, ਅਸੀਂ ਤਰੀਖਾ ਜਾਂ ਆਰਾਧਨਾ ਦੇ ਨਿਯਮਾਂ ਉੱਤੇ ਕੋਈ ਛੋਟ ਨਹੀਂ ਦੇ ਸਕਦੇ। ਇਸ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਇਹਨਾਂ ਨੂੰ ਕਦੇ ਬਦਲਿਆ ਜਾ ਸਕਦਾ ਹੈ। ਇਹ ਸਥਿਤੀ 325 ਈਸਵੀ ਤੱਕ ਇਸ ਤਰ੍ਹਾਂ ਹੀ ਜਾਰੀ ਰਹੀ, ਕਿਉਂਕਿ ਉਹ ਪਹਿਲੀ ਜਾਂ ਦੂਸਰੀ ਪਰਿਸ਼ਦਾਂ ਦੁਆਰਾ ਇੱਕ ਦੂਜੇ ਨੂੰ ਮਨਾ ਨਹੀਂ ਸਕੇ। ਇਸ ਲਈ ਕੁਝ ਵੀ ਨਹੀਂ ਹੋ ਪਾਇਆ ਸੀ। ਪਸਾਹ ਦੇ ਵਿਵਾਦ ਨੂੰ ਈਸਟਰ ਵਿਵਾਦ ਨਾਮ ਦਿੱਤਾ ਸੀ ਅਤੇ ਇਹ ਹੁਣ ਈਸਾਈ ਇਤਿਹਾਸ ਵਿੱਚ ਸਿਖਾਇਆ ਜਾਂਦਾ ਹੈ। ਸਾਡੇ ਸਿਓਨ ਦੇ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਸਕਾ ਦਾ ਈਸਟਰ ਨਾਲ ਕੋਈ ਸੰਬੰਧ ਨਹੀਂ ਹੈ, ਇੱਥੋਂ ਤੱਕ ਕਿ 0.001% ਵੀ ਨਹੀਂ। 325 ਈਸਵੀ ਵਿੱਚ ਪੂਰਬੀ ਚਰਚ ਅਤੇ ਪੱਛਮੀ ਚਰਚ ਰੋਮਨ ਸਮਰਾਟ ਕੌਂਸਟੈਂਟਾਈਨ ਦੇ ਨਿਰਦੇਸ਼ਨ ਵਿੱਚ ਇੱਕ ਮਤ ਉੱਤੇ ਆਏ। ਆਖਿਰਕਾਰ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਮਤਲਬ ਨਿਸਾਨ ਦੇ 14ਵੇਂ ਦਿਨ ਮਨਾਇਆ ਜਾਣ ਵਾਲਾ ਪਸਾਹ ਗਾਇਬ ਹੋ ਗਿਆ। ਇਹ ਫੈਸਲਾ ਲਿਆ ਗਿਆ ਕਿ ਇਸ ਨੂੰ ਈਸਟਰ ਨਾਮਕ ਇੱਕ ਨਵੇਂ ਨੇਮ ਨਾਲ ਬਸੰਤ ਸਮੁੱਚੀ ਦੇ ਪੂਰੇ ਚੰਦ ਤੋਂ ਬਾਅਦ ਆਉਣ ਵਾਲੇ ਐਤਵਾਰ ਨੂੰ ਮਨਾਇਆ ਜਾਣਾ ਚਾਹੀਦਾ ਹੈ। ਕਿਉਂਕਿ ਪਸਾਹ ਗਾਇਬ ਹੋ ਗਿਆ, ਈਸਟਰ ਜ਼ਿਆਦਾ ਪ੍ਰਸਿੱਧ ਹੋ ਗਿਆ ਅਤੇ ਇਹ ਅੱਜ ਵੀ ਮਨਾਇਆ ਜਾ ਰਿਹਾ ਹੈ। ਪਹਿਲੇ ਚਰਚ ਦੇ ਸੰਤਾਂ ਕੋਲ ਮਜ਼ਬੂਤ ਵਿਸ਼ਵਾਸ ਸੀ ਕਿ ਉਹਨਾਂ ਲੋਕਾਂ ਨੂੰ ਬਚਾਉਣ ਲਈ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਅਤੇ ਸਦਾ ਮਰਨ ਲਈ ਨਿਯੁਕਤ ਸੀ, ਪਰਮੇਸ਼ਰ ਨੇ ਸਾਨੂੰ ਪਸਾਹ ਦੁਆਰਾ ਮਾਂਸ ਅਤੇ ਲਹੂ ਦਿੱਤਾ। ਉਹ ਸਾਡੇ ਪਾਪਾਂ ਦੇ ਕਾਰਨ ਸਲੀਬ ਉੱਤੇ ਬਲੀਦਾਨ ਹੋਏ। ਇਸ ਲਈ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਕਦੇ ਵੀ ਕੁਝ ਜੋੜਨਾ ਜਾਂ ਘਟਾਉਣਾ ਨਹੀਂ ਚਾਹੀਦਾ। ਜੇਕਰ ਉਹ ਮਿਥਿਲਾਵਾਦ ਦੀ ਰੋਮਨ ਪ੍ਰਥਾਵਾਂ ਵਿੱਚ ਥੋੜੇ ਵੀ ਸ਼ਾਮਿਲ ਹੋ ਜਾਂਦੇ ਤਾਂ ਉਹ ਸਰੀਰਕ ਰੂਪ ਤੋਂ ਘੱਟ ਦੁਖੀ ਹੁੰਦੇ, ਪਰ ਉਹ ਉਸ ਮਾਰਗ ਦਾ ਪਾਲਨ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਇਸ ਧਰਤੀ ਉੱਤੇ ਸਭ ਕੁਝ ਥੋੜੇ ਚਿਰ ਦਾ ਅਤੇ ਅਸਥਾਈ ਹੈ। ਥੋੜੇ ਚਿਰ ਦੇ ਦੁੱਖ ਤੋਂ ਬਾਅਦ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਸਦੀਪਕ ਜੀਵਨ ਦਾ ਮੁਕਟ ਪ੍ਰਾਪਤ ਕਰਾਂਗੇ। ਇਸ ਵਿਸ਼ਵਾਸ ਨੇ ਉਹਨਾਂ ਨੂੰ ਅੰਤ ਤੱਕ ਕਿਸੇ ਸਮਝੌਤੇ ਦੇ ਫਸਾਂ ਦੀ ਸੱਚਾਈ ਨੂੰ ਫੜੀ ਰੱਖਣ ਦਿੱਤਾ। ਪਰ ਆਖਿਰਕਾਰ 325 ਈਸਵੀ ਵਿੱਚ ਸਮਰਾਟ ਨੇ ਆਪਣੇ ਅਧਿਕਾਰ ਦੁਆਰਾ ਇੱਕ ਕਾਨੂੰਨ ਦੀ ਘੋਸ਼ਣਾ ਕੀਤੀ, ਜਿਸ ਵਿੱਚ ਹੁਕਮ ਦਿੱਤਾ ਗਿਆ ਕਿ ਨਿਸਾਨ ਦੇ 14ਵੇਂ ਦਿਨ ਪਸਾਹ ਨੂੰ ਨਹੀਂ ਮਨਾਇਆ ਜਾਵੇਗਾ। ਉਹ ਜੋ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਸੀ, ਉਹਨਾਂ ਨੂੰ ਇਸ ਨੂੰ ਮਾਰੂਥਲ, ਪਹਾੜਾਂ ਅਤੇ ਗੁਫਾਵਾਂ ਵਿੱਚ ਲੁਕ ਕੇ ਮਨਾਉਣਾ ਪਿਆ, ਤਾਂ ਜੋ ਉਹ ਉਸਦੇ ਅਧਿਕਾਰ ਦੇ ਅਧੀਨ ਨਾ ਹੋਣ। ਨਵੇਂ ਨੇਮ ਦਾ ਪਸਾਹ, ਜੋ ਕਈ ਪੀੜ੍ਹੀਆਂ ਤੋਂ ਗਾਇਬ ਹੋ ਗਿਆ ਸੀ, ਫਿਰ ਤੋਂ ਸਥਾਪਿਤ ਕੀਤਾ ਗਿਆ ਜਦੋਂ ਮਸੀਹ ਆਨਸੰਗ ਹੋਂਗਜੀ ਇਸ ਧਰਤੀ ਉੱਤੇ ਆਏ। ਉਹ ਸਬਤ, ਪਸਾਹ ਅਤੇ ਬਪਤਿਸਮਾ ਸਮੇਤ ਜੀਵਨ ਦੀਆਂ ਉਹਨਾਂ ਸਾਰੀਆਂ ਸੱਚਾਈਆਂ ਨੂੰ ਵਾਪਸ ਲਿਆਏ ਜਿਨ੍ਹਾਂ ਨੂੰ ਪਹਿਲੇ ਚਰਚ ਦੇ ਸੰਤ ਮਨਾਉਣਾ ਚਾਹੁੰਦੇ ਸੀ। ਇਸ ਪ੍ਰਕਾਰ ਨਵੇਂ ਨੇਮ ਦੇ 3 ਵਾਰ 'ਚ 7 ਪਰਵ ਸਾਡੇ ਲਈ ਦੁਬਾਰਾ ਸਥਾਪਿਤ ਕੀਤੇ ਗਏ।
ਜਿਵੇਂ ਕਿ ਪਰਮੇਸ਼ਰ ਨੇ ਸਾਨੂੰ ਅਯੂਬ ਅਧਿਆਇ 36 ਵਚਨ 24 ਵਿੱਚ ਸਿਖਾਇਆ ਸੀ, ਚੇਤੇ ਕਰ ਕਿ ਤੂੰ ਉਹਦੇ ਕਰਤੱਵ ਦੀ ਵਡਿਆਈ ਕਰੇ। ਅੱਜ ਸਾਨੂੰ ਪਹਿਲੇ ਚਰਚ ਦੇ ਸੰਤਾਂ ਦੇ ਜੀਵਨ ਅਤੇ ਉਹਨਾਂ ਦੇ ਕਿਰਪਾਪੂਰਨ ਵਿਸ਼ਵਾਸ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਕਿਹਾ ਪਰਮੇਸ਼ਰ ਨੇ ਜੋ ਕੀਤਾ ਹੈ ਉਸ ਨੂੰ ਕੋਈ ਵੀ ਬਦਲ ਜਾਂ ਪਰਿਵਰਤਿਤ ਨਹੀਂ ਕਰ ਸਕਦਾ। ਪਹਿਲਾ ਕੁਰਿੰਥੀਆਂ ਦੀ ਕਿਤਾਬ ਅਧਿਆਇ 11 ਵਿੱਚ ਇਹ ਦਰਜ ਹੈ ਕਿ ਪਸਾਹ ਨੂੰ ਉਦੋਂ ਤੱਕ ਮਨਾਇਆ ਜਾਣਾ ਚਾਹੀਦਾ ਹੈ ਜਦੋਂ ਤੱਕ ਮਸੀਹ ਨਾ ਆ ਜਾਣ। ਆਓ ਪਹਿਲਾ ਕੁਰਿੰਥੀਆਂ ਅਧਿਆਇ 10 ਵਿੱਚ ਦੂਸਰੀ ਆਇਤ ਲੱਭੀਏ। ਪਹਿਲਾ ਕੁਰਿੰਥੀਆਂ ਅਧਿਆਇ 10 ਵਚਨ 16। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਅਧਿਆਇ 10 ਵਚਨ 16 ਪੜ੍ਹਦੇ ਹਾਂ ਤਾਂ ਇਹ ਕਹਿੰਦਾ ਹੈ, ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕਿ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ, ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ ਕਿ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ। ਇਸ ਲਈ ਅਸੀਂ ਜੋ ਬਾਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ। ਇੱਥੇ ਧੰਨਵਾਦ ਦਾ ਪਿਆਲਾ ਜਿਸ ਦੁਆਰਾ ਅਸੀਂ ਮਸੀਹ ਦੇ ਲਹੂ ਵਿੱਚ ਸਾਂਝੇ ਹੁੰਦੇ ਹਾਂ ਪਸਾਹ ਦੇ ਦਾਖਰਸ ਦੇ ਪਿਆਲੇ ਨੂੰ ਸੰਕੇਤ ਕਰਦਾ ਹੈ। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕਿ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ। ਲੇਖਕ ਬਿਆਨਵਾਜੀ ਰੂਪ ਨਾਲ ਪੁੱਛਦਾ ਹੈ, ਸਾਂਝ ਨਹੀਂ, ਇਸ ਦਾ ਮਤਲਬ ਹੈ ਕਿ ਇਹ ਨਿਸ਼ਚਿਤ ਰੂਪ ਨਾਲ ਧੰਨਵਾਦ ਦਾ ਪਿਆਲਾ ਹੈ ਜਿਸ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ ਹੈ। ਉਹ ਰੋਟੀ ਜਿਸ ਨੂੰ ਅਸੀਂ ਤੋੜਦੇ ਹਾਂ ਕਿ ਉਹ ਮਸੀਹ ਦੀ ਦੇਹ ਦੀ ਸਾਂਝੀ ਨਹੀਂ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਰੋਟੀ ਖਾਣ ਦੁਆਰਾ ਮਸੀਹ ਦੀ ਦੇਹ ਵਿੱਚ ਅਤੇ ਪਸਾਹ ਦੇ ਦਾਖਰਸ ਪੀਣ ਦੁਆਰਾ ਮਸੀਹ ਦੇ ਲਹੂ ਵਿੱਚ ਸਾਂਝੀ ਹੁੰਦੇ ਹਾਂ। ਵਚਨ 17। ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭੇ ਇੱਕੋ ਰੋਟੀ ਵਿੱਚ ਸਾਂਝੀ ਹਾਂ। ਤੁਸੀਂ ਉਹਨਾਂ ਵੱਲ ਧਿਆਨ ਕਰੋ ਜਿਹੜੇ ਸਰੀਰ ਦੇ ਸੰਬੰਧ ਕਰਕੇ ਇਜ਼ਰਾਈਲੀ ਹਨ, ਜੋ ਬਲੀਦਾਨਾਂ ਦੇ ਖਾਣ ਵਾਲੇ ਹਨ, ਕਿ ਉਹ ਜਗਵੇਦੀ ਦੇ ਸਾਂਝੀ ਨਹੀਂ। ਸਾਨੂੰ ਪਰਮੇਸ਼ਰ ਦੇ ਲੋਕਾਂ ਦੇ ਰੂਪ ਵਿੱਚ ਜੋ ਮਸੀਹ ਨਾਲ ਇੱਕ ਦੇਹ ਹਨ ਯੋਗ ਹੋਣ ਲਈ ਫਸਹ ਦੀ ਰੋਟੀ ਅਤੇ ਦਾਖਰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਫਸਹ ਦੀ ਸੱਚਾਈ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਪਰਮੇਸ਼ਰ ਸਾਡੇ ਵਿੱਚ ਅਤੇ ਅਸੀਂ ਉਹਨਾਂ ਵਿੱਚ ਹਾਂ ਅਤੇ ਅਸੀਂ ਉਹਨਾਂ ਨਾਲ ਇੱਕ ਦੇਹ ਦੇ ਰੂਪ ਵਿੱਚ ਪਰਮੇਸ਼ਰ ਦੀ ਸੰਤਾਨ ਹੈ। ਇਹ ਸੱਚਾਈ ਪਹਿਲਾ ਕੁਰਿੰਥੀਆਂ ਦੀ ਕਿਤਾਬ ਅਧਿਆਇ 10 ਵਿੱਚ ਸਪਸ਼ਟ ਰੂਪ ਨਾਲ ਪ੍ਰਗਟ ਕੀਤੀ ਗਈ ਹੈ। ਰਸੂਲ ਪੌਲੁਸ ਨੇ ਆਪਣੇ ਨਜ਼ਰੀਏ ਜਾਂ ਇੱਛਾ ਨਾਲ ਇਸ ਨੂੰ ਕੁਰਿੰਥੀਆਂ ਨੂੰ ਨਹੀਂ ਸਮਝਾਇਆ ਕਿ ਇਹ ਨਹੀਂ ਲਿਖਿਆ ਹੈ ਕਿ ਬਾਈਬਲ ਦੀਆਂ ਸਾਰੀਆਂ 66 ਕਿਤਾਬਾਂ ਪਰਮੇਸ਼ਰ ਦੇ ਨਬੀਆਂ ਦੁਆਰਾ ਲਿਖੀਆਂ ਹਨ। ਇਸ ਲਈ ਸਾਰੀਆਂ ਕਿਤਾਬਾਂ ਵਿੱਚ ਪਰਮੇਸ਼ਰ ਦੀ ਇੱਛਾ ਸ਼ਾਮਿਲ ਹੈ। ਫਿਰ ਪਰਮੇਸ਼ਰ ਦੀ ਇੱਛਾ ਕੀ ਹੈ? ਮਤੀ ਅਧਿਆਇ 26 ਵਿੱਚ ਜਾ ਕੇ ਆਓ ਅਸੀਂ ਪਸਾਹ ਬਾਰੇ ਜਾਣੀਏ। ਇਸ ਵਜ੍ਹਾ ਨਾਲ ਪਹਿਲੇ ਚਰਚ ਦੇ ਸੰਤ ਇਸ ਵਿਸ਼ਵਾਸ ਨੂੰ ਬਣਾਈ ਰੱਖਣ ਵਿੱਚ ਸਫਲ ਸੀ ਕਿ ਮਸੀਹ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਮਾਤਰਾ ਜਾਂ ਬਿੰਦੂ ਵੀ ਵਧਾਇਆ ਨਹੀਂ ਜਾ ਸਕਦਾ। ਆਓ ਮਤੀ ਅਧਿਆਇ 26 ਦੇਖੀਏ। ਮਤੀ ਅਧਿਆਇ 26 ਵਚਨ 17। ਪਤੀ ਦੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤੀ। ਆਓ ਵਚਨ 26 ਦੇਖੀਏ ਕਿ ਉਹਨਾਂ ਨੇ ਕਿਵੇਂ ਪਸਾਹ ਨੂੰ ਤਿਆਰ ਕੀਤਾ ਅਤੇ ਖਾਧਾ। ਜਦ ਉਹ ਖਾ ਰਹੇ ਸਨ ਤਾਂ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ। ਫਸਹ ਦੀ ਰੋਟੀ ਲੈ ਕੇ ਯੀਸ਼ੂ ਨੇ ਕਿਹਾ, ਇਹ ਮੇਰਾ ਸਰੀਰ ਹੈ। ਆਓ ਵਚਨ 27 ਦੇਖੀਏ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ, ਪਿਆਲੇ ਵਿੱਚ ਪਸਾਹ ਦਾ ਦਾਖਰਸ ਸੀ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਪਸਾਹ ਦਾ ਦਾਖਰਸ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਕਿਉਂਕਿ ਪਸਾਹ ਉਹ ਸੱਚਾਈ ਹੈ ਜਿਸ ਦੁਆਰਾ ਪਰਮੇਸ਼ਰ ਨੇ ਸਾਡੇ ਨਾਲ ਇੱਕ ਨੇਮ ਬੰਨਿਆ ਹੈ, ਜਿਸ ਵਿੱਚ ਮਸੀਹ ਦਾ ਕੀਮਤੀ ਲਹੂ ਹੈ। ਇਸ ਲਈ ਉਸ ਦੀ ਤਾਰੀਖ ਅਤੇ ਆਰਾਧਨਾ ਦੀ ਵਿਧੀ ਕਦੇ ਵੀ ਨਹੀਂ ਬਦਲਣੀ ਚਾਹੀਦੀ। ਇਹ ਮੂਲ ਸਿਧਾਂਤ ਸੀ ਜਿਸ ਨੇ ਪਹਿਲੇ ਚਰਚ ਦੇ ਮੈਂਬਰਾਂ ਦੀ ਵਿਸ਼ਵਾਸ ਵਿੱਚ ਅਗਵਾਈ ਕੀਤੀ।
ਇਸ ਲਈ ਰਸੂਲ ਪੌਲਸ ਨੇ ਪਹਿਲਾ ਕੁਰਿੰਥੀਓ ਅਧਿਆਇ 11 ਵਚਨ 23, 24, 25 ਅਤੇ 26 ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪਸਾ ਆਉਣ ਵਾਲੀ ਪੀੜ੍ਹੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਅਤੇ ਇਸ ਧਰਤੀ ਉੱਤੇ ਮਸੀਹ ਦੇ ਆਉਣ ਦੇ ਦਿਨ ਤੱਕ ਉਸ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। 계속 강조하고 있었다고 볼 수 있겠습니다. ਅੱਜ ਬਹੁਤ ਸਾਰੇ ਚਰਚ ਹਨ ਪਰ ਉਹ ਇਹ ਕਹਿੰਦੇ ਹੋਏ ਪਸਾ ਉੱਤੇ ਧਿਆਨ ਨਹੀਂ ਦਿੰਦੇ। 6월절에 대해서 ਪਸਾ ਵਿਵਸਥਾ ਦਾ ਇੱਕ ਹਿੱਸਾ ਹੈ ਕਿ ਇਹ ਪਹਿਲਾਂ ਹੀ ਮਿਟਾਇਆ ਨਹੀਂ ਗਿਆ ਹੈ। 한 부분인데 이미 그건 사라진 것 아니에요. ਉਹ ਅਜਿਹਾ ਦਾਅਵਾ ਕਰਦੇ ਹਨ 이런 제 ਕਿਉਂਕਿ ਉਹ ਇਸ ਨੂੰ ਨਹੀਂ ਮੰਨਦੇ। ਇਸ ਲਈ ਉਹਨਾਂ ਨੂੰ ਇਹ ਕਹਿ ਕੇ ਆਪਣੇ ਕੰਮਾਂ ਨੂੰ ਅਨੁਕੂਲ ਠਹਿਰਾਉਣ ਦੀ ਜ਼ਰੂਰਤ ਹੈ। 내용이 필요했던 ਪਸਾ ਮੂਸਾ ਦੀ ਵਿਵਸਥਾ ਦਾ ਹਿੱਸਾ ਹੈ ਅਤੇ ਮਸੀਹ ਨੇ ਇਹ 시대의 어떤 ਨਹੀਂ ਕਿਹਾ ਕਿ ਇਹ ਜ਼ਰੂਰੀ ਹੈ। 필요하다고 얘기하지 않았다. ਪਹਿਲੇ ਚਰਚ ਦੇ ਸਾਰੇ ਸੰਤ ਨਵੇਂ ਨੇਮ ਦੇ ਯੁੱਗ ਦੇ ਸੀ। 사람들입니다. ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੇ ਨਵੇਂ ਨੇਮ ਦੇ ਯੁੱਗ ਵਿੱਚ ਪਸਾ ਨਹੀਂ ਮਨਾਇਆ? 좀 전에 우리 ਜਿਵੇਂ ਕਿ ਅਸੀਂ ਪਹਿਲਾ ਕੁਰਿੰਥੀਆਂ 11 ਦੇ ਵਚਨਾਂ ਨੂੰ ਪੜ੍ਹਿਆ। 이방 사람인 ਕੁਰਿੰਥੀਅਸ ਵਿੱਚ ਗੈਰ ਕੌਮਾਂ ਅਤੇ ਯੂਰਪ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹੋਏ ਰਸੂਲ ਪੌਲਸ ਨੇ ਕਿਹਾ 있었어도 이것은 ਪ੍ਰਭੂ ਦੇ ਆਉਣ ਤੱਕ ਇਸ ਨੂੰ ਮਨਾਇਆ ਜਾਣਾ ਚਾਹੀਦਾ ਹੈ। 지켜져야 될 일이라고. 이건 내가 죽게 받은 거야. ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। 사도 바울이 그 내용을 그대로 ਉਸਨੇ ਜ਼ੋਰ ਦਿੱਤਾ ਕਿ ਪ੍ਰਭੂ ਦੇ ਆਉਣ ਤੱਕ ਇਸ ਦਾ ਪ੍ਰਚਾਰ ਅਤੇ ਪਾਲਣ ਕੀਤਾ ਜਾਣਾ ਚਾਹੀਦਾ ਹੈ। 주께서 오시는 그날까지 전하고 지켜야 ਅੱਜ ਬਹੁਤ ਸਾਰੇ ਲੋਕ ਪਸਾ ਦਾ ਪਰਵ ਨਾ ਮਨਾਉਣ ਦਾ ਬਹਾਨਾ ਬਣਾਉਂਦੇ ਹੋਏ ਕਹਿੰਦੇ ਹਨ ਇਹ ਮੂਸਾ ਦੀ ਵਿਵਸਥਾ ਦਾ ਹਿੱਸਾ ਹੈ 월절에 대한 ਜਾਂ ਇਹ ਸਲੀਬ ਦੁਆਰਾ ਮਿਟਾ ਦਿੱਤਾ ਗਿਆ ਕਿਉਂਕਿ ਇਹ ਵਿਵਸਥਾ ਦਾ ਹਿੱਸਾ ਹੈ। 율법의 한 부분이기 때문에 ਔਰ ਇਬਰਾਨੀ ਅਧਿਆਇ 10 ਵਚਨ 26 ਦੇਖੀਏ ਕਿ ਬਾਈਬਲ ਉਹਨਾਂ ਦੇ ਝੂਠੇ ਦਾਅਵਿਆਂ ਬਾਰੇ ਕੀ ਕਹਿੰਦੀ ਹੈ। 히브리서 10장 26절 ਇਬਰਾਨੀ ਅਧਿਆਇ 10 ਵਚਨ 26 히브리서 10장 26절에 ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ 다시 ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਸ ਕਿਸੇ ਨੇ ਮੂਸਾ ਦੀ ਸ਼ਰ੍ਹਾ ਦੀ ਟਾਲਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨਾ ਕੁ ਹੋਰ ਵੀ ਕੱਢੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਹਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ। ਮਤੀ ਅਧਿਆਇ 26 ਦੇ ਅਨੁਸਾਰ ਨੇਮ ਦਾ ਲਹੂ ਕਿਸ ਨੂੰ ਸੰਕੇਤ ਕਰਦਾ ਹੈ? ਪਸਾ ਦੇ ਦਾਖਰਸ ਨੂੰ ਸੰਕੇਤ ਕਰਦੇ ਹੋਏ ਯੀਸ਼ੂ ਨੇ ਕਿਹਾ ਇਹ ਨੇਮ ਦਾ ਮੇਰਾ ਉਹ ਲਹੂ ਹੈ ਜੋ ਬਹੁਤਿਆਂ ਲਈ ਪਾਪਾਂ ਦੀ ਮਾਫੀ ਦੇ ਖਾਤਰ ਵਹਾਇਆ ਜਾਂਦਾ ਹੈ। ਤੁਹਾਡੇ ਖਿਆਲ ਵਿੱਚ ਉਹ ਕਿੰਨਾ ਕੁ ਹੋਰ ਵੀ ਤਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਹਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਕੀ ਜਾਣਿਆ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ। ਮਨੁੱਖ ਜਾਤੀ ਨੂੰ ਬਚਾਉਣ ਅਤੇ ਸਾਨੂੰ ਮੁਕਤੀ ਦੇਣ ਲਈ ਪਰਮੇਸ਼ਰ ਨੇ ਅਜਿਹਾ ਦਿਆਲੂ ਅਤੇ ਦਰਦਨਾਕ ਕੰਮ ਕੀਤਾ। 이 참으로 ਬਾਈਬਲ ਕਹਿੰਦੀ ਹੈ ਜੋ ਵਿਅਕਤੀ ਉਸ ਨੇਮ ਦੇ ਲਹੂ ਨੂੰ ਜਿਹੜਾ ਯੀਸ਼ੂ ਨੇ ਸਲੀਬ ਤੇ ਵਹਾਇਆ ਸੀ 십자가에 ਅਤੇ ਇੱਥੋਂ ਤੱਕ ਕਿ ਆਪਣਾ ਜੀਵਨ ਵੀ ਦੇ ਦਿੱਤਾ ਸੀ 언약의 ਅਪਵਿੱਤਰ ਮੰਨਦਾ ਹੈ ਉਹ ਦੰਡ ਦੇ ਯੋਗ ਹੈ। 당연히 형벌받아야 마땅하다 말이야. 그걸 너희는 꼭 생각하라고 이렇게 성경은 말씀하고 ਅੱਜ ਸਾਡੇ ਆਲੇ ਦੁਆਲੇ ਕਈ ਚਰਚ ਹਨ ਜਿਨ੍ਹਾਂ ਕੋਲ ਆਪਣੇ ਆਪਣੇ ਨਜ਼ਰੀਏ ਹਨ 다 있겠습니다. ਪਰ 2000 2000 ਸਾਲ ਪਹਿਲਾਂ ਨਾਲ ਹੀ ਨਾਲ ਅੱਜ ਵੀ ਪਰਮੇਸ਼ਰ ਧਰਤੀ ਉੱਤੇ ਆਏ ਅਤੇ ਨਵੇਂ ਨੇਮ ਦੇ ਪਸਾ ਦੀ ਸੱਚਾਈ ਨੂੰ ਦੱਸਿਆ। ਇਸ ਸੱਚਾਈ ਲਈ ਪਹਿਲੇ ਚਰਚ ਦੇ ਲੋਕਾਂ ਨੇ ਆਪਣਾ ਜੀਵਨ ਵੀ ਦੇ ਦਿੱਤਾ। 도 내던져 ਇਸ ਗੱਲ ਉੱਤੇ ਵਿਚਾਰ ਕਰਦੇ ਹੋਏ ਕਿ ਉਹਨਾਂ ਨੇ ਕਿਵੇਂ ਫਸਾ ਮਨਾਇਆ ਸਾਨੂੰ ਵੀ ਇਸ ਯੁੱਗ ਵਿੱਚ ਸਿਰਫ ਇਹ ਨਹੀਂ ਸੋਚਣਾ ਚਾਹੀਦਾ ਹੈ ਪਹਿਲੇ ਮਹੀਨੇ ਦੇ 14ਵੇਂ ਦਿਨ ਦੀ ਸ਼ਾਮ ਫਸਾ ਹੈ 라고 할 것이 아니라 ਕਿ ਸਾਨੂੰ ਸੰਸਾਰਿਕ ਚਰਚਾ ਦੇ ਮਾਨਕਾਂ ਦਾ ਪਾਲਣ ਕਰਨਾ ਚਾਹੀਦਾ ਹੈ ਜੋ ਨਵੇਂ ਨੇਮ ਦੀ ਕੀਮਤ ਪਸਾ ਨੂੰ ਜਿਸ ਨੂੰ ਨੇਮ ਦੇ ਲਹੂ ਦੁਆਰਾ ਸਥਾਪਿਤ ਕੀਤਾ ਗਿਆ ਸੀ ਇੱਕ ਅਪਵਿੱਤਰ ਵਸਤੂ ਮੰਨਦੇ ਹਨ। ਇਸ ਦੇ ਬਜਾਏ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮਸੀਹ ਦੇ ਕੀਮਤੀ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਪਰਮੇਸ਼ਰ ਦੇ ਦੂਸਰੀ ਵਾਰ ਆਉਣ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਨਹੀਂ ਜਾਣਾ ਚਾਹੀਦਾ। 안 될 진리라는 것. ਆਓ 열심히 해야 되겠 ਵਚਨ 29 ਦੁਬਾਰਾ ਪੜ੍ਹੀਏ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨਾ ਕੁ ਹੋਰ ਤਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਹਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ 당연히 ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਹਨੇ ਆਖਿਆ
ਭਾਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਹਾਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪ੍ਰਜਾ ਦਾ ਨਿਆਂ ਕਰੇਗਾ। 라고 하셨습니다. ਫਿਰ ਸੋਚ ਲਓ ਕਿ ਉਹ ਕਿੰਨੇ ਹੋਰ ਵੀ ਭਾਰੀ ਦੰਡ ਦੇ ਯੋਗ ਠਹਿਰੇਗਾ ਜਿਸ ਨੇ ਕਿਰਪਾ ਦਾ ਅਪਜਸ ਕੀਤਾ। ਪਰਮੇਸ਼ਰ ਇਸ ਗੱਲ ਤੇ ਚਾਨਣਾ ਪਾਉਂਦੇ ਹਨ ਕਿ ਪਰਮੇਸ਼ਰ ਦੇ ਨਿਆਂ ਦਾ ਸਮਾਂ ਆਉਣ ਤੇ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇਗਾ। 알게 될 것이라고 이렇게 일깨워 주셨습니다. ਆਓ ਅਸੀਂ ਯਿਰਮੀਆ ਨਬੀ ਦੁਆਰਾ ਲਿਖੀ ਗਈ ਇੱਕ ਹੋਰ ਭਵਿੱਖਬਾਣੀ ਨੂੰ ਦੇਖੀਏ ਅਤੇ ਪੁਸ਼ਟੀ ਕਰੀਏ ਕਿ ਪਰਮੇਸ਼ਰ ਨੇ ਨਵੇਂ ਨੇਮ ਦੇ ਫਸਾ ਦੇ ਲਹੂ ਦੁਆਰਾ ਸਾਰੀ ਮਨੁੱਖ ਜਾਤੀ ਨਾਲ ਕੀ ਵਾਅਦਾ ਕੀਤਾ ਸੀ। 예언 한 가지를 더 찾아보겠습니다. ਆਓ ਅਸੀਂ ਯਿਰਮੀਆ ਦੀ ਕਿਤਾਬ ਅਧਿਆਇ 31 ਉੱਤੇ ਜਾਈਏ। ਯਿਰਮੀਆ ਅਧਿਆਇ 31 ਵਚਨ 31। 1장 31절의 말씀 보시면 ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਲੂਕਾ ਅਧਿਆਇ 22 ਵਚਨ 20 ਵਿੱਚ ਫਸਾ ਨੂੰ ਨਵਾਂ ਨੇਮ ਕਿਹਾ ਗਿਆ ਹੈ। ਆਓ ਵਚਨ 33 ਵਿੱਚ ਨਵੇਂ ਨੇਮ ਦੇ ਫਸਾ ਦਾ ਮਤਲਬ ਦੇਖੀਏ। 33절에서 살펴보겠습니다. ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਉਹਨਾਂ ਦੇ ਅੰਦਰ ਰੱਖਾਂਗਾ। ਇੱਥੇ ਆਪਣੀ ਵਿਵਸਥਾ ਨਵੇਂ ਨੇਮ ਦੀ ਵਿਵਸਥਾ ਨੂੰ ਸੰਕੇਤ ਕਰਦਾ ਹੈ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਕੌਣ ਠਹਿਰਨਗੇ? ਮੇਰੀ ਪ੍ਰਜਾ ਹੋਣਗੇ। 내 백성이 될 것이라. 그럼 이것이 ਲੋਕ ਜਿਨ੍ਹਾਂ ਕੋਲ ਇਹ ਵਿਵਸਥਾ ਨਹੀਂ ਹੈ ਉਹਨਾਂ ਨੂੰ ਪਰਮੇਸ਼ਰ ਦੇ ਲੋਕ ਨਹੀਂ ਮੰਨਿਆ ਜਾ ਸਕਦਾ ਅਤੇ ਪਰਮੇਸ਼ਰ ਉਹਨਾਂ ਦੇ ਪਰਮੇਸ਼ਰ ਨਹੀਂ ਹਨ। 너무 명확하게 하나님 ਇੱਥੇ ਪਰਮੇਸ਼ਰ ਨੇ ਸਪਸ਼ਟ ਰੂਪ ਨਾਲ ਦੱਸਣ ਲਈ ਆਪਣੇ ਵਚਨ ਦਿੱਤੇ ਕਿ ਉਹ ਕਿਸ ਦੇ ਪਰਮੇਸ਼ਰ ਹਨ। 뭔가를 분명히 여기서 알려주고 계십니다. ਪਰਮੇਸ਼ਰ ਨੇ ਘੋਸ਼ਣਾ ਕੀਤੀ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਜਿਨ੍ਹਾਂ ਕੋਲ ਵਿਵਸਥਾ ਨਹੀਂ ਹੈ ਉਹ ਉਹਨਾਂ ਦੇ ਲੋਕ ਨਹੀਂ ਬਣ ਸਕਦੇ। 선포하신 장면입니다. ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। 그들이 ਉਹ ਫਿਰ ਕਦੇ ਹਰੇਕ ਆਪਣੇ ਗਵਾਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਾਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। 말이니라고 했습니다. ਪਰਮੇਸ਼ਰ ਨੇ ਫਸਾ ਦੀ ਸੱਚਾਈ ਨੂੰ ਸਥਾਪਿਤ ਕੀਤਾ। 그래서 ਉਹਨਾਂ ਨੇ ਦੁਬਾਰਾ ਇਸ ਨੇਮ ਨੂੰ ਆਪਣੇ ਲੋਕਾਂ ਨਾਲ ਦ੍ਰਿੜਤਾ ਨਾਲ ਸਥਾਪਿਤ ਕੀਤਾ। 6월절의 진리입니다. ਫਸਾ ਦੀ ਸੱਚਾਈ ਧਰਤੀ ਉੱਤੇ ਰਹਿਣ ਦੇ ਦੌਰਾਨ ਸਾਨੂੰ ਵਿਪਤਾਵਾਂ ਤੋਂ ਬਚਣ ਵਿੱਚ ਸਫਲ ਬਣਾਉਂਦੀ ਹੈ, ਪਰ ਸਭ ਤੋਂ ਵੱਡੀ ਵਿਪਤਾ ਨਰਕ ਵਿੱਚ ਜਾਣ ਦੀ ਆਤਮਿਕ ਵਿਪਤਾ ਹੈ। ਫਸਾ ਦਾ ਪਰਵ ਸਾਨੂੰ ਵਿਪਤਾਵਾਂ ਤੋਂ ਛੁਡਾਉਂਦਾ ਹੈ। 6월절은 ਫਸਾ ਸਾਡੇ ਲਈ ਮੁਕਤੀ ਦੀ ਮੋਹਰ ਅਤੇ ਪਰਮੇਸ਼ਰ ਦੀ 하나님의 ਗਰੰਟੀ ਹੈ। 되어 주시는 ਪਹਿਲੇ ਚਰਚ ਦੇ ਸੰਤਾਂ ਵਾਂਗ ਸਾਨੂੰ ਵੀ ਇਸ ਸੱਚਾਈ ਦੇ ਪ੍ਰਤੀ ਗਿਆਨਵਾਨ ਹੋਣਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਦੇ ਕਈ ਲੋਕਾਂ ਨੂੰ ਫਸਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਨੂੰ ਪਹਿਲੇ ਚਰਚ ਦੇ ਵਿਸ਼ਵਾਸ ਬਾਰੇ ਗਵਾਹੀ ਦੇਣੀ ਚਾਹੀਦੀ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਇਸ ਕੀਮਤੀ ਵਾਅਦੇ ਨੂੰ ਕਦੇ ਵੀ ਨਾ ਛੱਡਦੇ ਹੋਏ ਫਸਾ ਨੂੰ ਮਨਾਉਣ ਲਈ ਆਪਣੇ ਜੀਵਨ ਦਾ 성도들의 그 ਬਲੀਦਾਨ ਵੀ ਦਿੱਤਾ। 다시 한번 알려주시고 ਅੱਜ ਕੱਲ੍ਹ ਦੇ ਲੋਕਾਂ ਲਈ ਜੋ ਫਸਾ ਨਹੀਂ ਮਨਾਉਂਦੇ, ਬਾਈਬਲ ਕੀ ਕਹਿੰਦੀ ਹੈ ਕਿ ਉਹ ਕੀ ਕਰ ਰਹੇ ਹਨ? 어떻게 한다고 ਇਹ ਦਰਜ ਕੀਤਾ ਗਿਆ ਹੈ ਕਿ ਪਰਮੇਸ਼ਰ ਉਹਨਾਂ ਲੋਕਾਂ ਨੂੰ ਸਜ਼ਾ ਦੇਣਗੇ ਜੋ ਨੇਮ ਦੇ ਲਹੂ ਨੂੰ ਅਪਵਿੱਤਰ ਵਸਤੂ ਮੰਨਦੇ ਹਨ। 이렇게 기록하고 있습니다. 그것이 ਪਹਿਲੇ ਚਰਚ ਦੇ ਸੰਤਾਂ ਦੀ ਨੀਂਹ ਇਸ ਸੱਚਾਈ ਉੱਤੇ ਆਧਾਰਿਤ ਸੀ। 믿음이었습니다. ਇਹ ਉਹ ਵਿਸ਼ਵਾਸ ਹੈ ਜੋ ਅੱਜ ਸਾਨੂੰ ਦਿੱਤਾ ਗਿਆ ਹੈ। 고스란히 전성이 되어 있습니다. ਨਵੇਂ ਨੇਮ ਫਸਾ ਦੁਆਰਾ ਪਰਮੇਸ਼ਰ ਸਾਡੇ ਪਰਮੇਸ਼ਰ ਅਤੇ ਅਸੀਂ ਪਰਮੇਸ਼ਰ ਦੇ ਲੋਕ ਬਣਦੇ ਹਾਂ ਅਤੇ ਪਰਮੇਸ਼ਰ ਦੀ ਸੰਤਾਨ ਬਣਨ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। 하나님의 자녀가 ਪਰਮੇਸ਼ਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਅਸੀਂ ਪਰਮੇਸ਼ਰ ਨੂੰ ਆਪਣੇ ਪਿਤਾ ਜੀ ਅਤੇ ਮਾਤਾ ਜੀ ਕਹਿ ਕੇ ਬੁਲਾ ਸਕਦੇ ਹਾਂ। 자격을 얻게 되었고 ਸਾਨੂੰ ਜੋ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ਉਸ ਨੂੰ ਯਾਦ ਕਰਦੇ ਹੋਏ ਆਓ ਅਸੀਂ ਇੱਕ ਵਾਰ ਫਿਰ ਆਪਣੇ ਦਿਲਾਂ ਉੱਤੇ ਫਸਾ ਦੀ ਸੱਚਾਈ ਅਤੇ ਪਹਿਲੇ ਚਰਚ ਦੇ ਸੰਤਾਂ ਦਾ ਵਿਸ਼ਵਾਸ ਡੂੰਘਾਈ ਨਾਲ ਉਕਾਰੀਏ। 피아로 새기시고 ਸਾਨੂੰ ਕਿਸੇ ਵੀ ਪਰਿਸਥਿਤੀ ਵਿੱਚ 어떤 여건 속에서도 ਫਸਾ ਦਾ ਅਪਮਾਨ ਨਹੀਂ ਕਰਨਾ ਚਾਹੀਦਾ। 당해서는 안 됩니다. ਇਸ ਲਈ ਸਾਨੂੰ ਫਸਾ ਮਨਾਉਣ ਲਈ 6월절 날만큼 ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। 준비를 해서 ਜਿਹੜੇ ਲੋਕ ਕੰਮ ਤੇ ਜਾਂਦੇ ਹਨ, ਕਿਰਪਾ ਕਰਕੇ ਉਸ ਦਿਨ ਛੁੱਟੀ ਲੈਣ ਲਈ ਯੋਜਨਾ ਬਣਾਓ ਤਾਂ ਜੋ ਤੁਸੀਂ ਪਵਿੱਤਰ ਫਸਾ ਨੂੰ ਪਵਿੱਤਰਤਾ ਨਾਲ ਮਨਾ ਸਕੋ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਝ ਯੋਜਨਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਪਹਿਲਾਂ ਕਰੋ ਜਾਂ ਇਸ ਨੂੰ ਮੁਲਤਵੀ ਕਰੋ। 라도 ਜੇਕਰ ਤੁਸੀਂ ਫਸਾ ਮਨਾਉਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਦੇ ਹੋ ਤਾਂ ਮੈਂ ਉਸ ਦੀ ਕਦਰ ਕਰਦਾ ਹਾਂ। ਘੱਟੋ ਘੱਟ ਫਸਾ ਦੇ ਦਿਨ ਸਾਨੂੰ ਪਰਮੇਸ਼ਰ ਦੇ ਪਵਿੱਤਰ ਬਲੀਦਾਨ ਅਤੇ ਪਿਆਰ ਨੂੰ ਯਾਦ ਕਰਨਾ ਚਾਹੀਦਾ ਹੈ।
우리 한 ਜਿਨ੍ਹਾਂ ਨੇ ਸਾਡੇ ਲਈ ਛੁਟਕਾਰੇ ਦੇ ਕੰਮ ਦੀ ਅਗਵਾਈ ਕੀਤੀ ਹੈ ਅਤੇ ਇੱਕ ਵਾਰ ਫਿਰ ਪਰਮੇਸ਼ਰ ਨੂੰ ਵਡਿਆਈ ਦਈਏ। ਆਸ ਕਰਦੇ ਹੋਏ ਕਿ ਤੁਸੀਂ ਸਾਰਿਆਂ ਨੇ ਜ਼ਿਆਦਾ ਕਿਰਪਾ ਪਾਈ, ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।